ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਦੇ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਕਿ ਚੁਣਾਵ ਦੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਜਿਹੜੀ ਆ ਉਹ ਫ੍ਰੀ ਮਿਲੇਗੀ ਤੇ ਉਹਨਾਂ ਨੇ ਕੱਲ ਐਲਾਨ ਕੀਤਾ ਕਿ ਜਿਹੜੇ 1 ਜੁਲਾਈ ਤੋਂ ਹੈ ਉਹ 300 ਯੂਨਿਟ ਬਿਜਲੀ ਫ੍ਰੀ ਮਿਲਣੀ ਸ਼ੁਰੂ ਹੋ ਜਾਏਗੀ। पहले है तो सबको बराबर होना चाहिए। ये 300 यूनिट का नहीं है, फ्री है, होना तो सबके 300 यूनिट फ्री होना चाहिए। ਉਹ ਹਮੇਸ਼ਾ ਇਕਜੁੱਟਤਾ ਦੀ ਗੱਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਇਕਜੁੱਟਤਾ ਬਣਾਉਣੀ ਹੈ ਤੇ ਉਹਨਾਂ ਦਾ ਹੀ ਹੁਣ ਇੱਕ ਫੈਸਲਾ ਆਇਆ ਜਿਹਦੇ ਵਿੱਚ ਉਹ ਜਾਤੀਵਾਦ ਦੇ ਧਾਰ ਤੇ ਜਿਹੜੇ ਨੇ ਹੁਣ ਸਹੂਲਤਾਂ ਦੇ ਰਹੇ ਨੇ ਲੋਕਾਂ ਨੂੰ। पहले फ्री थी उनके लिए, पहले बिजली फ्री थी, अब जनरल के लिए कैटेगरी होना, जनरल पहले फ्री थी। नहीं सब कैटागरी ਦੇ ਵਿੱਚ ਤਾਂ ਪਹਿਲੀ ਵਾਰ ਤਾਂ ਜਾਤੀਵਾਦ ਹੋਣਾ ਹੀ ਨਹੀਂ ਚਾਹੀਦਾ। ਠੀਕ ਹੈ ਨਾ, ਚਾਹੇ ਜਰਨਲ ਹੋਵੇ ਚਾਹੇ ਕੈਟਾਗਰੀ ਕੋਈ ਵੀ ਨਹੀਂ ਹੋਣੀ ਚਾਹੀਦੀ, ਬਰਾਬਰ ਹੋਣਾ ਚਾਹੀਦਾ ਸਾਰਿਆਂ ਨੂੰ। ਭਾਵੇਂ 300 ਨਾ ਕਰੋ 200 ਯੂਨਿਟ ਕਰ ਦਿਓ, ਹੋ ਹੀ ਨਹੀਂ ਸਕਦੇ ਇਕਜੁੱਟੇ। ਇਹ ਲਾਈਫ ਦੇ ਵਿੱਚ ਨਹੀਂ ਹੋ ਸਕਦੇ, ਜ਼ਿੰਦਗੀ 'ਚ ਨਹੀਂ ਕਦੇ ਹੋ ਸਕਦੇ। ਜਿੰਨਾ ਮਰਜ਼ੀ ਕਰੇ ਝੂਠ ਹੀ ਹੈ, ਸਾਰੇ ਝੂਠ ਹੈ। ਅਕਾਲੀਏ ਵੀ ਝੂਠੇ, ਕਾਂਗਰਸੀਏ ਵੀ ਝੂਠੇ, ਆਪ ਵੀ ਝੂਠੇ, ਬੀਜੇਪੀ ਵੀ ਝੂਠੀ, ਸਭ ਝੂਠੇ ਹੈ। ਇਹਨਾਂ ਦਾ ਜਿਹੜਾ ਜਨਰਲ ਕੈਟਾਗਰੀ ਉਹ ਕਿ 2 ਨੰਬਰ ਦਾ ਪੈਸਾ ਥੋੜੀ ਨਾ ਕਮਾਉਂਦੇ ਆ, ਅਕਸਰ ਉਹ ਵੀ ਤਾਂ ਕਮਾਈ ਕਰਦੇ ਆ ਨਾ। नहीं ये फैसला गलत है जी। गवर्नमेंट कोई भी बेनिफिट किसी ਨੂੰ ਦਿੰਦੀ ਹੈ ਤਾਂ ਉਹ ਸਭ ਨੂੰ ਬਰਾਬਰ ਮਿਲਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਫ੍ਰੀ ਵਾਲਾ ਕੰਮ ਹੋਣਾ ਹੀ ਨਹੀਂ ਚਾਹੀਦਾ, ਜਾਂ ਤਾਂ ਫਿਰ ਸਿੱਧਾ ਇੱਕੋ ਚੀਜ਼ ਚਾਹੀਦੀ ਹੈ ਵੀ 3 ਰੁਪਏ ਪਰ ਯੂਨਿਟ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਹੈ। फ्री देने की बजाय अगर 300 यूनिट देनी है, एक जे 7 रुपये यूनिट 5 रुपये कर दो, सब नहीं फायदा हो जाएगा। ਉਹ ਦੇਖੋ ਜੀ, ਲੋਕਾਂ ਦੇ ਏਸੀ ਵੀ ਲਾਏ, ਸਭ ਕੁਝ ਲਾਏ ਆ, ਯੂਨਿਟਾਂ 800 ਚੱਲਣੀਆਂ ਲੋਕਾਂ ਦੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਸਾਰੇ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ। ਮੈਂ ਹਾਂ ਕਨਿਕਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਦੇ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਕਿ ਚੁਣਾਵ ਦੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਜਿਹੜੀ ਆ ਉਹ ਫ੍ਰੀ ਮਿਲੇਗੀ ਤੇ ਉਹਨਾਂ ਨੇ ਕੱਲ ਐਲਾਨ ਕੀਤਾ ਕਿ ਜਿਹੜੇ 1 ਜੁਲਾਈ ਤੋਂ ਹੈ ਉਹ 300 ਯੂਨਿਟ ਬਿਜਲੀ ਫ੍ਰੀ ਮਿਲਣੀ ਸ਼ੁਰੂ ਹੋ ਜਾਏਗੀ। ਪਰ ਜਦੋਂ ਅੱਜ ਗੱਲ ਅੱਗੇ ਵਧੀ ਤਾਂ ਕਈ ਜਿਹੜੇ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਇਹਦਾ ਵਿਰੋਧ ਵੀ ਕੀਤਾ, ਵਿਰੋਧੀ ਪਾਰਟੀਆਂ ਨੇ ਵੀ ਇਹਦਾ ਵਿਰੋਧ ਕੀਤਾ। ਤਾਂ ਉਹਦਾ ਕਾਰਨ ਇਹ ਸੀਗਾ ਕਿ ਜਿਹੜੇ ਐਸਸੀ ਨੇ, ਬੀਸੀ ਨੇ, ਜਿਹੜੇ BPL ਕਾਰਡ ਹੋਲਡਰ ਨੇ ਜਾਂ ਫਿਰ ਕਿਸੇ ਫਰੀडम ਫਾਈਟਰ ਦੀ ਫੈਮਿਲੀ ਤੋਂ ਨੇ, ਜੇ ਉਹਨਾਂ ਦਾ ਬਿੱਲ 300 ਯੂਨਿਟ ਤੱਕ ਆਉਂਦਾ ਹੈ ਤਾਂ ਉਸ ਤੋਂ ਬਾਅਦ ਜੇ 365 ਯੂਨਿਟ ਜੇ ਉਹਨਾਂ ਦੀ ਬਿਜਲੀ ਆ ਜਾਂਦੀ ਹੈ ਤਾਂ ਉਹਨਾਂ ਨੂੰ ਸਿਰਫ 65 ਯੂਨਿਟ ਦਾ ਜਿਹੜਾ ਬਿੱਲ ਹੈ ਉਹੀ ਭਰਨਾ ਪਏਗਾ। ਪਰ ਜਿਹੜੇ ਆਮ ਲੋਕ ਨੇ, ਜਿਹੜੇ ਜਰਨਲ ਕੈਟਾਗਰੀ ਦੇ ਨੇ, ਜੇ ਉਹਨਾਂ ਦੇ 300 ਤੋਂ ਵੱਧ ਯੂਨਿਟ ਜਾਂ ਫਿਰ ਜੇ 301 ਯੂਨਿਟ ਵੀ ਉਹਨਾਂ ਦੇ ਜੇ ਬਿੱਲ ਦਾ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਉਹਨਾਂ ਨੂੰ ਪੂਰਾ ਦਾ ਪੂਰਾ 301 ਯੂਨਿਟ ਬਿਜਲੀ ਦਾ ਜਿਹੜਾ ਬਿੱਲ ਹੈ ਉਹ ਭਰਨਾ ਪਏਗਾ। ਤਾਂ ਇਸ ਦੇ ਨਾਲ ਜਿਹੜਾ ਆ ਲੋਕਾਂ ਦੇ ਮਨ ਦੇ ਵਿੱਚ ਇੱਕ ਰੰਜਿਸ਼, ਜਿਹੜੇ ਉਹਨਾਂ ਨੂੰ ਖੁਸ਼ੀ ਹੋਈ ਸੀ ਕਿ ਸਾਡੇ ਭਗਵੰਤ ਮਾਨ, ਸਾਡੇ ਜਿਹੜੇ CM ਭਗਵੰਤ ਮਾਨ ਨੇ, ਉਹਨਾਂ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਹੈ। ਪਰ ਜਦੋਂ ਅੱਜ ਇਹ ਐਲਾਨ ਹੋਇਆ ਤਾਂ ਪਤਾ ਲੋਕਾਂ ਦੇ ਮਨ ਦੇ ਵਿੱਚ ਇੱਕ ਨਿਰਾਸ਼ਾ ਜੀ ਜਾਨੀ। ਤੇ ਅੱਜ ਹੌਟ ਨਿਊਜ਼ ਇੰਡੀਆ ਦੀ ਟੀਮ ਤੁਹਾਡੇ ਨਾਲ ਮੌਜੂਦ ਹੈ ਤੇ ਅਸੀਂ ਗੱਲ ਕਰਾਂਗੇ ਲੋਕਾਂ ਦੇ ਨਾਲ, ਜਿਹੜੇ ਆਮ ਜਨਰਲ ਕੈਟਾਗਰੀ ਦੇ ਲੋਕ ਨੇ ਜਾਂ ਫਿਰ ਜਿਹੜੇ ਆਮ ਲੋਕ ਨੇ, ਕਿ ਉਹਨਾਂ ਨੂੰ ਕਿੰਜ ਦਾ ਲੱਗਦਾ ਹੈ ਕਿ ਜਾਤੀਵਾਦ ਦੇ ਧਾਰ ਤੇ ਕੋਈ ਸਹੂਲਤ ਮਿਲਣੀ ਚਾਹੀਦੀ ਹੈ ਜਾਂ ਨਹੀਂ। ਸਤਿ ਸ਼੍ਰੀ ਅਕਾਲ ਅੰਕਲ। हाँ जी, सस्ती। ਅੰਕਲ ਕਿਵੇਂ ਹੋ? ਠੀਕ ਹਾਲ ਚਾਲ ਠੀਕ ਹੈ ਤੁਹਾਡਾ? ਅੰਕਲ ਇੱਕ ਅਨਾਉਂਸਮੈਂਟ ਕੀਤੀ ਗਈ ਭਗਵੰਤ ਮਾਨ ਜੀ ਦੇ ਵੱਲੋਂ ਕਿ ਜਿਹੜੇ ਵੀ ਬਿਜਲੀ ਦੀ ਯੂਨਿਟ ਹੈ 300 ਯੂਨਿਟ ਹੈ, ਜੋ ਜਨਰਲ ਕੈਟਾਗਰੀ ਦੀ 301 ਤੱਕ ਆ ਜਾਂਦੀ ਹੈ ਤਾਂ ਉਹਨੂੰ ਪੂਰਾ ਬਿੱਲ ਦੇਣਾ ਪਏਗਾ। ਪਰ ਜੇ ਉਹੀ ਜੇ SC BC ਜਾਂ ਫਿਰ ਕਿਸੇ ਤੁਸੀਂ ਇੱਦਾਂ ਫਰੀडम ਫਾਈਟਰ ਦੀ ਫੈਮਿਲੀ 'ਚ ਹੋ ਜਾਂ ਫਿਰ ਤੁਸੀਂ BPL ਕਾਰਡ ਹੋਲਡਰ ਹੋ, ਤੁਹਾਨੂੰ ਜਿਹੜਾ ਉੱਪਰ ਦਾ ਬਿੱਲ ਆਉਂਦਾ ਜਾਂ ਫਿਰ 365 ਆਉਂਦਾ, ਸਿਰਫ 365 ਦੀ ਜਿਹੜੀ ਹੈ, ਸਿਰਫ 65 ਯੂਨਿਟ ਦਾ ਉਹਦਾ ਹੀ ਬਿੱਲ ਦੇਣਾ ਪਏਗਾ। ਤੁਹਾਨੂੰ ਲੱਗਦਾ ਕਿ ਇਹ ਠੀਕ ਹੈ ਉਹਨਾਂ ਦੀ? नहीं बिल्कुल गलत है जी। पहले बस सब में बराबर होना चाहिए। चाहे पहले है तो सबको बराबर होना चाहिए। ये 300 यूनिट का नहीं है, फ्री है, होना तो सबके 300 यूनिट फ्री होना चाहिए। ਇਹ ਭਗਵੰਤ ਮਾਨ ਦੇ ਵੱਲੋਂ ਜਿਹੜੇ ਸਾਡੇ CM ਨੇ, ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਮੇਸ਼ਾ ਇਹ ਅਨਾਉਂਸਮੈਂਟਸ ਕੀਤੀ ਜਾਂਦੀ ਕਿ ਉਹ ਹਮੇਸ਼ਾ ਇਕਜੁੱਟਤਾ ਦੀ ਗੱਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਇਕਜੁੱਟਤਾ ਬਣਾਉਣੀ ਹੈ ਤੇ ਉਹਨਾਂ ਦਾ ਹੀ ਹੁਣ ਇੱਕ ਫੈਸਲਾ ਆਇਆ ਜਿਹਦੇ ਵਿੱਚ ਉਹ ਜਾਤੀਵਾਦ ਦੇ ਧਾਰ ਤੇ ਜਿਹੜੇ ਨੇ ਹੁਣ ਸਹੂਲਤਾਂ ਦੇ ਰਹੇ ਨੇ ਲੋਕਾਂ ਨੂੰ। पहले फ्री थी उनके लिए, पहले बिजली फ्री थी, अब जनरल के लिए कैटेगरी होना, जनरल पहले फ्री थी, इसलिए बराबर होना चाहिए सबके लिए। ठीक है ना, उन्होंने बोला बराबर होना चाहिए सबके। 300 यूनिट बराबर होनी चाहिए। वो तो पहले फ्री थी, ऐसी बात नहीं, वो तो पहले फ्री था। AC कोटा पहले फ्री था बेटे, पहले फ्री था। ठीक है ना, वो तो पहले फ्री आ रहा था उनको कौन सा बिल देते, वो तो बिल देते नहीं था कोई भी। अब इसमें जनरल कैटेगरी किया है 300 यूनिट फ्री, सबके लिए फ्री होना चाहिए।
ਹੁਣ ਤੁਹਾਨੂੰ ਲੱਗਦਾ ਕਿ ਜੇ ਭਗਵੰਤ ਮਾਨ ਜੀ ਦੇ ਵੱਲੋਂ ਇਹ ਅਨਾਉਂਸਮੈਂਟ ਹੋ ਚਾਹੀਦੀ ਜਾਂ ਤਾਂ ਇਹ ਸਾਰਿਆਂ ਨੂੰ ਮਿਲੇ ਜਾਂ ਤਾਂ ਫਿਰ ਜਿਹੜੇ ਐਸਸੀਬੀਸੀ ਕਿਸੇ ਸਪੈਸ਼ਲ ਕੈਟਾਗਰੀ ਨੂੰ ਕਿਸੇ ਸਪੈਸ਼ਲੀ ਜੋ ਜਾਤੀਵਾਦ ਦੇ ਧਾਰ ਤੇ ਸਾਡੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਆਲ ਓਵਰ ਇੰਡੀਆ ਦੇ ਵਿੱਚ ਬਹੁਤ ਲੜਾਈਆਂ ਹੁੰਦੀਆਂ ਉਸ ਧਾਰ ਦੇ ਉੱਪਰ ਕੋਈ ਵੀ ਤੁਹਾਨੂੰ ਫੈਸਲਾ नहीं लेना चाहिए। ये गलत है बिल्कुल, सबके लिए बराबर होना चाहिए। बात हम यही कहते भगवंत मान से है कि सबके लिए बराबर करे बात, कोई झूठ तब पता लगता है सबके लिए बराबर होनी चाहिए बेटी। नहीं सब कैटागरी ਦੇ ਵਿੱਚ ਤਾਂ ਪਹਿਲੀ ਬਾਤ ਤਾਂ ਜਾਤੀਵਾਦ ਹੋਣਾ ਹੀ ਨਹੀਂ ਚਾਹੀਦਾ, ਠੀਕ ਹੈ ਨਾ। ਚਾਹੇ ਜਰਨਲ ਹੋਵੇ ਚਾਹੇ ਕੈਟਾਗਰੀ, ਕੋਈ ਵੀ ਨਹੀਂ ਹੋਣੀ ਚਾਹੀਦੀ, ਬਰਾਬਰ ਹੋਣਾ ਚਾਹੀਦਾ ਸਾਰਿਆਂ ਨੂੰ। ਭਾਵੇਂ 300 ਨਾ ਕਰੋ 200 ਯੂਨਿਟ ਕਰ ਦਿਓ, 100 ਕਰ ਦਿਓ, ਪਰ ਕਰੋ ਬਰਾਬਰ। ਸਭ ਲਈ ਬਰਾਬਰ ਹੋਣਾ ਚਾਹੀਦਾ ਜੋ ਵੀ ਕੁਝ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਬੰਦੇ ਨੂੰ ਤੁਸੀਂ ਸਭ ਕੁਝ ਹੀ ਦੇਈ ਜਾ ਰਹੇ ਹੋ, ਉਹਨਾਂ ਨੂੰ ਨੌਕਰੀਆਂ ਵੀ ਉਹਨਾਂ ਦੀਆਂ, ਸਭ ਕੁਝ ਉਹਨਾਂ ਦਾ, ਸਭ ਕੁਝ ਹੀ ਉਹਨਾਂ ਕੋਲ। ਜਰਨਲ ਬੰਦੇ ਕੋ ਕੀ ਹੈ, ਜਰਨਲ ਕੋ ਕੀ ਹੈ? ਜਰਨਲ ਦਾ ਬੱਚਾ ਨਾ ਚਾਹੀਦਾ ਤਰੀਕੇ ਨਾਲ ਪੜ੍ਹ ਸਕਦਾ ਨਾ, ਅਗਰ ਉਹ ਪੜ੍ਹਾ ਲਿਆ ਉਹਨਾਂ ਨੇ ਤਾਂ ਉਹਨੂੰ ਨੌਕਰੀ ਨਹੀਂ ਮਿਲਣੀ, ਕਿਉਂਕਿ ਪਹਿਲਾਂ ਹੀ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਕੀਤਾ ਹੋਇਆ। ਪਹਿਲਾਂ BC ਦੇ ਲੱਗੂਗੇ, EC ਦੇ ਲੱਗੂਗੇ, ਢਿਮਕਣੇ ਦੇ ਲੱਗੂਗੇ, ਢਿਮਕਣੇ ਦੇ ਲੱਗੂਗੇ, ਅਫਸਰਾਂ ਦੇ ਲੱਗੂਗੇ, ਤਾਂ ਜਰਨਲ ਬੰਦਾ ਕਿੱਥੇ ਜਾਊਗਾ? ਜਰਨਲ ਬੰਦੇ ਦੀ ਤਾਂ ਲਾਈਫ ਹੀ ਹੈ ਨਹੀਂ। ਉਸ ਨੂੰ ਲੈ ਕੇ ਕਿ ਜਾਤੀਵਾਦ ਦੇ ਧਾਰ ਤੇ ਜਿਹੜਾ ਇਹ ਹਮੇਸ਼ਾ ਤੋਂ ਕਈ ਫੈਸਲੇ ਲਿੱਤੇ ਜਾਂਦੇ ਨੇ ਪੰਜਾਬ ਦੇ ਵਿੱਚ ਜਾਂ ਆਲ ਓਵਰ ਇੰਡੀਆ, ਤੁਹਾਨੂੰ ਲੱਗਦਾ ਕਿ ਜਾਤੀਵਾਦ ਦੇ ਧਾਰ ਤੇ ਜਿਹੜਾ ਹੈ ਕੋਈ ਇੱਦਾਂ ਦਾ ਫੈਸਲਾ ਸਰਕਾਰ ਦੇ ਵੱਲੋਂ ਲੈਣਾ ਜਾਇਜ਼ ਬਣਦਾ? ਪਰ ਭਗਵੰਤ ਮਾਨ ਜੀ ਦੇ ਵੱਲੋਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਸੀ ਕਿ ਅਸੀਂ ਇਕਜੁੱਟਤਾ ਦੀ ਗੱਲ ਕਰਦੇ ਹਾਂ, ਤੇ ਇਸ ਵਾਰ ਉਹ ਖੁਦ ਹੀ ਜਿਹੜੀ ਹੁਣ ਬਟਵਾਰੇ ਦੀ ਰਾਜਨੀਤੀ ਕਰ ਰਹੇ ਨੇ, ਤੁਹਾਡਾ ਉਹਦੇ ਬਾਰੇ ਕੀ ਕਹਿਣਾ? ਹੋ ਹੀ ਨਹੀਂ ਸਕਦੇ ਇਕਜੁੱਟੇ, ਇਹ ਲਾਈਫ ਦੇ ਵਿੱਚ ਨਹੀਂ ਹੋ ਸਕਦੇ, ਜ਼ਿੰਦਗੀ 'ਚ ਨਹੀਂ ਕਦੇ ਹੋ ਸਕਦੇ। ਜਿੰਨਾ ਮਰਜ਼ੀ ਕਰੇ ਝੂਠ ਹੀ ਹੈ, ਸਾਰੇ ਝੂਠ ਹੈ। ਅਕਾਲੀਏ ਵੀ ਝੂਠੇ, ਕਾਂਗਰਸੀਏ ਵੀ ਝੂਠੇ, ਆਪ ਵੀ ਝੂਠੇ, BJP ਵੀ ਝੂਠੀ, ਸਭ ਝੂਠੇ ਹੈ। ਝੂਠੇ ਵਾਅਦੇ ਕਰਨੇ ਹੈ, ਝੂਠਾ ਇਹਨਾਂ ਨੇ ਲੋਕਾਂ ਨੂੰ ਦਿਲਾਸਾ ਦੇਣਾ, ਲੋਕਾਂ ਨੂੰ ਫੁੱਦੂ ਬਣਾਉਣਾ। ਇਹ ਲੋਕਾਂ ਨੂੰ ਫੁੱਦੂ ਬਣਾਉਣ ਆਉਂਦੇ ਆ ਔਰ ਲੋਕੀ ਫੁੱਦੂ ਬਣ ਜਾਂਦੇ ਆ ਔਰ ਇਹ ਚਲੇ ਜਾਂਦੇ ਆ। ਕੁਛ ਨਹੀਂ ਹੋਣਾ, ਅਸੀਂ ਜਿੰਨਾ ਮਰਜ਼ੀ ਭੌਂਕ ਲਈਏ, ਜੋ ਮਰਜ਼ੀ ਕਰ ਲਈਏ, ਇਹਨਾਂ ਨੇ ਕਰਨੀ ਆਪਣੇ ਮਨ ਦੀ ਹੈ। ਆਮ ਜਨਤਾ ਦੀ ਕੋਈ ਵੈਲਿਊ ਨਹੀਂ ਹੈ ਇਹਨਾਂ ਲਈ। ਸਭ ਗਧਾ ਘੋੜਾ ਇੱਕੋ ਬਰਾਬਰੀ ਹੈ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਗਧਾ ਇਹਨਾਂ ਨੇ ਨਹੀਂ ਦੇਖਣਾ ਕਿ ਇਹ ਗਧਾ ਹੈ ਕਿ ਘੋੜਾ ਹੈ, ਇਹਨਾਂ ਲਈ ਕੋਈ ਫਰਕ ਨਹੀਂ ਹੈ ਕਿ ਗਧੇ ਨੇ ਕੀ ਕੰਮ ਕਰਨਾ ਤਾਂ ਘੋੜੇ ਨੇ ਕੰਮ ਕੀ ਕਰਨਾ। ਇਹਨਾਂ ਲਈ ਸਭ ਕੋਈ ਇੱਕੋ ਬਰਾਬਰੀ ਹੈ, ਗਧਾ ਘੋੜਾ ਸਭ ਇੱਕੋ ਲਾਈਨ 'ਚ ਤੁਰੇ ਹੁੰਦੇ ਆ। ਹੁਣ ਜਦੋਂ ਸਾਰੀਆਂ ਪਾਰਟੀਆਂ ਇਸ ਤਰੀਕੇ ਦੀ ਰਾਜਨੀਤੀ ਕਰ ਰਹੀਆਂ ਨੇ, ਤੁਹਾਨੂੰ ਅੱਗੇ ਕਿਸੇ ਪਾਰਟੀ ਤੋਂ, ਕਿਸੇ ਰਾਜਨੀਤਿਕ ਕਰਤਾ ਤੋਂ ਇੱਦਾਂ ਦੀ ਉਮੀਦ ਹੈ ਕਿ ਸਾਡੇ ਲਈ ਸਿਰਫ ਲੋਕਾਂ ਦੇ ਲਈ ਕੰਮ ਕੀਤਾ ਜਾਏਗਾ? ਕੋਈ ਨਹੀਂ ਕਰੂਗਾ, ਸਭ ਆਪਣੇ ਲਈ ਕਰਦੇ ਆ। ਉੱਦਾਂ ਤਾਂ ਆਮ ਪਾਰਟੀ ਦੇ ਵੀ ਕਹਿੰਦੇ ਸੀ ਅਸੀਂ ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਹੁਣ ਗੱਡੀਆਂ ਵੀ ਲੈ ਰਹੇ ਆ, ਸਭ ਕੋਈ ਮਕਾਨ ਵੀ ਲੈ ਰਹੇ ਆ, ਸਭ ਕੁਝ ਤਾਂ ਮਿਲ ਰਿਹਾ ਇਹਨਾਂ ਨੂੰ। ਪਹਿਲਾਂ ਇਹ ਕਹਿੰਦੇ ਸੀ ਅਸੀਂ ਨਾ ਗੱਡੀਆਂ ਲਵਾਂਗੇ, ਨਾ ਸਿਕਿਉਰਿਟੀ ਲਵਾਂਗੇ, ਨਾ ਮਕਾਨ ਲਵਾਂਗੇ। ਹੁਣ ਸਾਰਿਆਂ ਨੂੰ ਮਕਾਨ ਵੀ ਮਿਲ ਰਹੇ ਆ, ਸਾਰਿਆਂ ਨੂੰ ਗੱਡੀਆਂ ਵੀ ਮਿਲ ਰਹੀਆਂ। ਹੁਣ ਫਾਰਚੂਨ ਗੱਡੀਆਂ ਮਿਲ ਰਹੀਆਂ ਸਾਰਿਆਂ ਨੂੰ, ਠੀਕ ਹੈ ਨਾ। ਤੇ ਇਹ ਕੁਝ ਨਹੀਂ ਹੋਣਾ ਦੇਸ਼ ਦਾ, ਕੁਛ ਵੀ ਨਹੀਂ ਹੋਣਾ। ਇਹ ਇੱਦਾਂ ਹੀ ਗੱਲਾਂ ਤੁਸੀਂ ਮੇਰੇ ਨਾਲ ਕਰ ਲੈਣੀ, ਮੈਂ ਤੁਹਾਡੇ ਨਾਲ ਕਰ ਲੈਣੀ, ਖਤਮ ਕਹਾਣੀ ਬਸ। ਤੇ ਤੁਹਾਨੂੰ ਲੱਗਦਾ ਕਿ ਜਿਹੜੇ ਵਾਅਦੇ ਭਗਵੰਤ ਮਾਨ ਨੇ ਉਹਨਾਂ ਦੀ ਸਰਕਾਰ ਦੇ ਵੱਲੋਂ ਬਾਕੀ ਕੀਤੇ ਗਏ ਨੇ ਉਹ ਪੂਰੇ ਕੀਤੇ ਜਾਣਗੇ, ਜਾਂ ਫਿਰ ਉਹਨਾਂ ਦੇ ਵਿੱਚ ਹੀ ਜਿੱਦਾਂ ਇਸ ਤਰੀਕੇ ਦੇ ਵਿੱਚ 300 ਯੂਨਿਟ ਦੇ ਵਿੱਚ ਹੁਣ ਫਿਰ ਉਹਨਾਂ ਨੇ ਕੁਝ ਵਟਾਂਦਰਾ ਜਾਂ ਕਰਤਾ, ਉਹਨਾਂ ਦੇ ਵਿੱਚ ਵੀ ਜਿਹੜੀਆਂ ਦੂਸਰੀਆਂ ਯੋਜਨਾਵਾਂ ਗਏ ਉਹਨਾਂ ਦੇ ਵਿੱਚ ਵੀ ਕੁਝ ਇੱਦਾਂ ਦਾ ਹੀ ਕਰ ਦਿੱਤਾ ਜਾਏ? ਇੱਦਾਂ ਦਾ ਹੀ ਹੋਊਗਾ, ਇੱਦਾਂ ਦਾ ਹੀ ਹੋਣਾ। ਹੁਣ ਪਹਿਲਾਂ ਸਾਨੂੰ ਦੇਖੋ, ਨੀਲੇ ਕਾਰਡ ਹੋਲਡਰਾਂ ਨੂੰ ਜਿਹੜੇ ਵੀ ਸੀਗੇ ਲੋਕੀ, ਉਹਨਾਂ ਨੂੰ ਕਣਕ ਮਿਲਦੀ ਸੀ ਇੱਕ ਬੰਦੇ ਨੂੰ 30 ਕਿਲੋ, ਠੀਕ ਹੈ ਜੀ। 4 ਬੰਦੇ ਮੈਂਬਰ ਹੈਗੇ, 1 ਕੁਇੰਟਲ 20 ਕਿਲੋ ਕਣਕ ਮਿਲਦੀ ਹੈ, ਤੇ ਉਹ ਕਣਕ ਅਗਲਾ ਡਿਪੂ ਦੇ ਵਿੱਚ ਜਮ੍ਹਾਂ ਕਰਾ ਦਿੰਦਾ। ਹੁਣ ਇਸ ਬੰਦੇ ਨੂੰ ਲੋੜ ਹੈ 10 ਕਿਲੋ ਆਟੇ ਦੀ, ਇਹ 10 ਕਿਲੋ ਲਿਆਊਗਾ ਕਣਕ ਜਾ ਕੇ। ਹੁਣ ਗੌਰਮੈਂਟ ਕਹਿੰਦੀ ਕਿ ਅਸੀਂ 120 ਕੁਇੰਟਲ ਆਟਾ ਹੀ ਤੁਹਾਨੂੰ ਘਰ ਦੇ ਜਾਣਾ। ਵੀ ਉਹਨਾਂ ਨੂੰ ਪੁੱਛੋ ਕਿ 1 ਕੁਇੰਟਲ 20 ਕਿਲੋ ਆਟਾ ਘਰ ਰੱਖੂਗਾ ਕਿੱਥੇ? ਹੁਣ ਤਾਂ ਘੁੰਨ ਲੱਗ ਜਾਣਾ, ਸੜ ਜਾਣਾ ਆਟਾ, ਉਹਦਾ ਕੀ ਫਾਇਦਾ ਹੋਇਆ? ਇਹ ਤਾਂ ਲੋਕਾਂ ਨੇ ਪਰੇਸ਼ਾਨ ਹੋ ਜਾਣਾ, ਲੋਕਾਂ ਨੇ ਕਹਿਣਾ ਅਸੀਂ ਕਣਕ ਹੀ ਨਹੀਂ ਲੈਣੀ ਜੀ, ਲੈ ਜਾਓ ਵਾਪਸ। ਇਹ ਚਾਹੁੰਦੇ ਆ। ਤੁਹਾਡਾ ਮੰਨਣਾ ਕਿ ਜਿਹੜੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਉਹ ਇਸ ਤਰੀਕੇ ਦੇ ਨਾਲ ਬਣਾਈਆਂ ਜਾ ਰਹੀਆਂ ਕਿ ਜਿਹੜੇ ਲੋਕ ਨੇ ਸਹੂਲਤਾਂ ਲੈਣ ਤੋਂ ਆਪ ਹੀ ਨਾ ਕਰ ਦੇਣ ਲੋਕੀ, ਜਿੱਦਾਂ ਕੇਜਰੀਵਾਲ ਹੁਣ ਕਰ ਰਿਹਾ ਨਾ, ਕਿ ਇੱਦਾਂ ਦੀ ਸਥਿਤੀ ਬਣਾ ਰਿਹਾ ਕਿ ਭਗਵੰਤ ਮਾਨ ਆਪ ਹੀ ਰਿਜ਼ਾਈਨ ਕਰ ਦੇਵੇ ਕਿਸੇ ਤਰ੍ਹਾਂ ਨਾਲ, ਠੀਕ ਹੈ ਨਾ। ਉਹਨੇ ਸਥਿਤੀਆਂ ਇੱਦਾਂ ਦੀਆਂ ਪੈਦਾ ਕਰਦੇ ਨੇ ਕਿ ਭਗਵੰਤ ਮਾਨ ਨੇ ਆਪ ਹੀ ਹੱਥ ਜੋੜ ਦੇਣੇ ਕਿ ਮੈਂ CM ਹੀ ਨਹੀਂ ਰਹਿਣਾ ਜੀ, ਤੁਸੀਂ ਬਣਾਓ ਜਿਹਨੂੰ ਮਰਜ਼ੀ। ਇੱਦਾਂ ਦਾ ਹਾਲ ਇਹਨਾਂ ਨੇ ਲੋਕਾਂ ਦਾ ਕਰ ਦੇਣਾ। ਹੁਣ 120 ਕੁਇੰਟਲ ਆਟਾ ਤੁਸੀਂ ਆਪਣੇ ਘਰਾਂ 'ਚ ਲੈ ਲਓ, ਕਿ ਤੁਸੀਂ ਕਿੱਥੇ ਰੱਖੋਗੇ 120 ਕੁਇੰਟਲ ਆਟਾ? ਹੁਣ ਤਾਂ ਘੁੰਨ ਲੱਗ ਜਾਣਾ, ਸੜ ਜਾਣਾ ਆਟਾ ਤੁਹਾਡਾ। ਮਹੀਨੇ 'ਚ 10 ਨਹੀਂ ਤਾਂ 20 ਕਿਲੋ ਲੈ ਲਓਗੇ, ਖਾ ਲਓਗੇ, ਬਾਕੀ ਤਾਂ 100 ਕਿਲੋ ਆਟਾ ਤਾਂ ਸੜ ਗਿਆ। ਕਿੱਥੇ ਰੱਖੋਗੇ ਵੀ 120 ਕਿਲੋ ਆਟਾ? ਗਲਤ ਹੈ ਇਹ। ਸਹੀ ਫੈਸਲਾ ਜੀ। 300 ਯੂਨਿਟ ਜਿਹੜੀ ਬਿਜਲੀ ਦੀ ਮਾਫ ਹੋਈ ਹੈ ਉਹ ਸਾਰਿਆਂ ਦੇ ਲਈ ਹੋਣੀ ਚਾਹੀਦੀ ਔਰ ਸਹੀ ਹੈ। ਫਿਰ ਪਰ ਇਹਦੇ ਵਿੱਚ ਇੱਕ ਡਿਫਰੈਂਸ ਵੀ ਆ ਗਿਆ। SC BC ਕੈਟਾਗਰੀ ਦੇ ਜਿਹੜੇ ਲੋਕ ਹੈਗੇ ਨੇ
ਉਹਨਾਂ ਦੇ ਵਿੱਚ ਕੀ ਹੈਗਾ ਕਿ 300 ਯੂਨਿਟ ਤਾਂ ਮਿਲੇਗੀ ਪਰ 300 ਯੂਨਿਟ ਦੇ ਉੱਪਰ ਜੇਕਰ 20 ਯੂਨਿਟਾਂ ਜਿਹੜੀ ਹੈਗੀ ਆ ਵੱਧ ਜਾਂਦੀਆਂ ਤੇ SCBC ਜਿਹੜੇ ਕੈਟਾਗਰੀ ਦੇ ਲੋਕ ਨੇ ਉਹਨਾਂ ਨੂੰ 20 ਯੂਨਿਟਾਂ ਦੇ ਪੈਸੇ ਦੇਣੇ ਪੈਣਗੇ। ਪਰ ਇਸ ਦੇ ਆਪੋਜ਼ਿਟ ਜਿਹੜੇ ਜਨਰਲ ਕੋਟੇ ਦੇ ਲੋਕ ਹੈਗੇ ਨੇ, ਜਨਰਲ ਕੈਟਾਗਰੀ ਦੇ ਲੋਕ ਹੈਗੇ ਨੇ, ਉਹਨਾਂ ਨੂੰ ਜੇਕਰ 300 ਯੂਨਿਟ ਦੇ ਉੱਪਰ 2 ਯੂਨਿਟਾਂ ਵੀ ਵੱਧਦੀਆਂ ਹੈਗੀਆਂ ਤੇ ਉਹਨਾਂ ਨੂੰ 302 ਯੂਨਿਟ ਦੇ ਪੈਸੇ ਦੇਣੇ ਪੈਣਗੇ। ਇਸ ਉੱਪਰ ਦੇਣੀ ਪੜੇਗੀ, ਇਹਦਾ ਨਹੀਂ ਮੈਨੂੰ ਸਮਝ ਬਈ, ਇਹਦੇ ਬਾਰੇ ਨਹੀਂ ਮੈਨੂੰ ਪਤਾ ਬਈ ਕੀ ਹੈ। ਸਰ ਕੀ ਲੱਗਦਾ ਹੈਗਾ ਆ ਕਿ ਜਾਤੀਵਾਦ ਦੇ ਆਧਾਰ ਦੇ ਉੱਤੇ ਕੋਈ ਫੈਸਿਲਿਟੀ ਲੋਕਾਂ ਨੂੰ ਦੇਣੀ ਚਾਹੀਦੀ ਹੈ ਸਰਕਾਰ ਵੱਲੋਂ? ਨਹੀਂ ਸ਼ਾਇਦ ਜਾਤੀ ਦੇ ਆਧਾਰ ਤੇ ਨਹੀਂ ਦੇਣੀ ਚਾਹੀਦੀ ਹੈ, ਜਾਤੀ ਦੇ ਆਧਾਰ ਤੇ ਨਹੀਂ। ਬਿਲਕੁਲ ਸਹੀ ਨਹੀਂ ਹੈ ਜੀ, ਇਹ ਭੇਦਭਾਵ ਹੋ ਰਿਹਾ। ਇਹ ਭੇਦਭਾਵ ਤਾਂ ਹੋਣਾ ਨਹੀਂ ਚਾਹੀਦਾ, ਇਕੁਅਲ ਰੱਖਣਾ ਚਾਹੀਦਾ, ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਣਾ ਚਾਹੀਦਾ। ਇੱਦਾਂ ਦਾ ਜਿਹੜਾ ਜਨਰਲ ਕੈਟਾਗਰੀ ਉਹ ਕਿ 2 ਨੰਬਰ ਦਾ ਪੈਸਾ ਥੋੜ੍ਹੀ ਨਾ ਕਮਾਉਂਦੇ ਆ, ਅਕਸਰ ਉਹ ਵੀ ਤਾਂ ਕਮਾਈ ਕਰਦੇ ਆ ਨਾ, ਠੀਕ ਹੈ ਨਾ, ਉਹ ਵੀ ਤਾਂ ਮਿਹਨਤ ਕਰਦੇ ਆ। ਫਿਰ ਇਹ ਫੈਸਲਾ ਗਲਤ ਹੈ, ਆਪਾਂ ਤਾਂ ਇਸ ਚੀਜ਼ ਨੂੰ ਗਲਤ ਸਮਝਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਹਮੇਸ਼ਾ ਤੋਂ ਭਗਵੰਤ ਮਾਨ ਜੀ ਜਾਂ ਫਿਰ ਕਹਿ ਲਓ ਕੇਜਰੀਵਾਲ ਜੀ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਅਸੀਂ ਇਕਜੁੱਟਤਾ ਦੇ ਨਾਲ ਕੰਮ ਕਰਾਂਗੇ, ਅਸੀਂ ਏਕਤਾ ਬਣਾ ਕੇ ਰੱਖਾਂਗੇ, ਤੇ ਹੁਣ ਨਹੀਂ ਉਹ ਜਿਹੜੇ ਨੇ ਉਹਨਾਂ ਦੇ ਭੇਦਭਾਵ ਦੇ ਵੱਲੋਂ ਜਿਹੜੇ ਨੇ ਉਹ ਫੈਸਲੇ ਉਹਨਾਂ ਦੇ ਵੱਲ ਲਿੱਤੇ ਜਾ ਰਹੇ ਨੇ? ਕੋਈ ਵਾਅਦੇ ਤਾਂ ਉਹਨਾਂ ਨੇ ਪਹਿਲਾਂ ਬਹੁਤ ਇੱਦਾਂ ਕੀਤੇ ਆ, ਪਰ ਉਹ ਵਾਅਦੇ ਦੇ ਥੋੜ੍ਹੇ ਖਰੇ ਨਹੀਂ ਉਤਰ ਰਹੇ। ਇਹ ਭੇਦਭਾਵ ਵਾਲਾ ਕੰਮ ਕਰ ਰਹੇ ਆ। ਇਕੁਅਲ ਉਹਨਾਂ ਨੂੰ ਕਰਨਾ ਚਾਹੀਦਾ, ਵਿੱਚ SC ਕੀ BC ਕੀ ਇਹ ਕੋਈ ਚੱਕਰ ਥੋੜ੍ਹੀ ਨਾ ਹੈ। ਜਨਰਲ ਵੀ ਹੈ, ਕੋਈ ਗੱਲ ਨਹੀਂ, ਜਨਰਲ ਵੀ ਤੁਸੀਂ ਦਿਓ ਨਾ। ਜਨਰਲ ਵੀ ਦੇ ਵਿੱਚ ਕੈਟਾਗਰੀ ਇਹ ਥੋੜ੍ਹੀ ਨਾ ਕੁਝ ਰਿਚ ਵੀ ਹੈ ਤੇ ਕੁਝ ਜਨਰਲ ਕੈਟਾਗਰੀ ਦੂਸਰੇ ਵੀ ਤਾਂ ਆਉਂਦੇ ਆ ਨਾ, ਜਿਹੜੇ ਆਮ ਪਬਲਿਕ ਜਿਹੜੇ ਰੋਜ਼ ਪੈਸਾ ਕਮਾਉਂਦੇ ਆ, ਰੋਜ਼ ਆਪਣੀ ਰੋਟੀ ਰੋਜੀ ਕਮਾ ਕੇ ਮਿਹਨਤ ਕਰਦੇ ਆ, ਉਹਨਾਂ ਦੀ ਇਕੁਅਲ ਇਹਨਾਂ ਨੂੰ ਕਰਨਾ ਚਾਹੀਦਾ ਜੀ। ਇਹ ਭੇਦਭਾਵ ਨਹੀਂ ਕਰਨਾ ਚਾਹੀਦਾ, ਆਪਣੀ ਇਹ ਸੋਚ ਹੈ ਜੀ, ਗਲਤ ਹੈ। ਹੁਣ ਜਾਤੀਵਾਦ ਦੇ ਆਧਾਰ ਤੇ ਜਦੋਂ ਇਦਾਂ ਦੇ ਫੈਸਲੇ ਲਿੱਤੇ ਜਾਂਦੇ ਨੇ, ਤੁਹਾਨੂੰ ਕੀ ਲੱਗਦਾ ਹੈ ਜਨਤਾ ਇੱਕ ਵਾਰ ਫਿਰ ਤੋਂ ਦੁਬਾਰਾ ਭਰੋਸਾ ਕਰ ਪਾਏਗੀ ਸਰਕਾਰ ਤੇ? ਦੇਖੋ ਜੀ, ਅਗਰ ਤਾਂ ਇਹਨਾਂ ਨੇ ਇੱਦਾਂ ਹੀ ਕੀਤਾ ਤਾਂ ਫਿਰ ਇਹਨਾਂ ਦੇ ਖਿਲਾਫ ਹੀ ਹੋਣੇ ਲੋਕੀ ਜੀ, ਠੀਕ ਹੈ ਨਾ ਜੀ। ਹਾਂ, ਇਹਨਾਂ ਦੀ ਸਰਕਾਰ ਵਿੱਚ ਚੱਲ ਨਹੀਂ ਪਾਊਗੀ ਜਿੱਥੇ ਤੱਕ ਆਪਣੀ ਇਹ ਸੋਚ ਹੈ। ਸੋ ਇੱਥੇ ਸਾਡੇ ਨਾਲ ਇੱਕ ਹੋਰ ਅੰਕਲ ਜੀ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਅੰਕਲ ਜੀ, ਜਿਹੜਾ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ 1 ਜੁਲਾਈ ਤੋਂ ਜਿਹੜੀ ਹੈ 300 ਯੂਨਿਟ ਬਿਜਲੀ ਜਿਹੜੀ ਮਾਫ ਮਿਲੂਗੀ ਹਰ ਇੱਕ ਬੰਦੇ ਨੂੰ, ਸੋ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਫੈਸਲਾ ਤਾਂ ਦੇਖੋ ਬਹੁਤ ਵਧੀਆ ਹੈਗਾ ਜੀ, ਜੋ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਪੂਰਾ ਕਰ ਰਹੇ ਹੈਗੇ ਆ, ਬਹੁਤ ਵਧੀਆ ਫੈਸਲਾ ਹੈਗਾ। ਸੋ ਇਹਦੇ ਵਿੱਚ ਸਰ ਡਿਫਰੈਂਸ ਵੀ ਆ ਰਿਹਾ ਹੈਗਾ, ਇੱਕ ਜਨਰਲ ਕੈਟਾਗਰੀ ਨੂੰ ਵੀ 300 ਯੂਨਿਟ ਮਿਲਣੀ ਹੈ, SCBC ਤੇ ਫਰੀडम ਫਾਈਟਰ ਜਿਹੜੀ ਕੈਟਾਗਰੀ ਹੈਗੀ ਹੈ ਹੈ ਨਾ, ਸ਼ਹੀਦਾਂ ਦੇ ਪਰਿਵਾਰਾਂ ਤੋਂ ਆਉਂਦੇ ਹੈਗੇ, SCBC ਕੈਟਾਗਰੀ ਹੈਗੀ, ਉਹਨਾਂ ਦੇ ਵਿੱਚ ਵੀ ਡਿਫਰੈਂਸ ਹੈਗਾ ਆ। ਕਹਿਣ ਦਾ ਭਾਵ ਕਿ ਜੇਕਰ SCBC ਕੈਟਾਗਰੀ ਦੇ ਵਿੱਚ 300 ਯੂਨਿਟ ਤੋਂ 20 ਯੂਨਿਟਾਂ ਵੱਧਦੀਆਂ ਹੈਗੀਆਂ, 320 ਯੂਨਿਟਾਂ, ਤੇ ਉਸ ਵਿੱਚ ਕੀ ਹੈਗਾ ਆ 20 ਯੂਨਿਟਾਂ ਦੇ ਪੈਸੇ ਦੇਣੇ ਪੈਣੇ ਆ SCBC ਕੈਟਾਗਰੀਜ਼ ਨੂੰ, ਹੈ ਨਾ। ਤੇ ਇਸ ਦੇ ਓਪੋਜ਼ਿਟ ਜੇਕਰ ਅਸੀਂ ਗੱਲ ਕਰੀਏ ਜਨਰਲ ਕੈਟਾਗਰੀ ਦੀ, ਜਨਰਲ ਕੈਟਾਗਰੀ ਦੇ ਵਿੱਚ ਜੇਕਰ 320 ਯੂਨਿਟਾਂ ਬਣਦੀਆਂ ਤੇ ਜਨਰਲ ਕੈਟਾਗਰੀ ਨੂੰ 320 ਯੂਨਿਟਾਂ ਦੇ ਪੈਸੇ ਦੇਣੇ ਪੈਣੇ ਆ। ਸੋ ਇਸ ਨੂੰ ਕਿਵੇਂ ਦੇਖਦੇ ਹੈਗੇ ਹੋ? ਨਹੀਂ, ਇਹ ਫੈਸਲਾ ਗਲਤ ਹੈ ਜੀ। ਗਵਰਨਮੈਂਟ ਕੋਈ ਵੀ ਬੈਨੀਫਿਟ ਕਿਸੇ ਨੂੰ ਦਿੰਦੀ ਹੈ ਤਾਂ ਉਹ ਸਭ ਨੂੰ ਬਰਾਬਰ ਮਿਲਣਾ ਚਾਹੀਦਾ। ਉਹ ਕੈਟਾਗਰੀ ਕੋਈ ਵੀ ਹੋਵੇ, ਸਭ ਨੂੰ ਬੈਨੀਫਿਟ ਬਰਾਬਰ ਹੋਣਾ ਚਾਹੀਦਾ। ਜੇ 300 ਯੂਨਿਟ ਫ੍ਰੀ ਹੈ ਤਾਂ ਸਭ ਹਰੇਕ ਬੰਦੇ ਨੂੰ ਮਿਲਣੀ ਚਾਹੀਦੀ। ਸਰ ਕੀ ਲੱਗਦਾ ਹੈਗਾ ਆ 5 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈਗੀ ਹੈ, ਜਿੰਨੇ ਵਾਅਦੇ ਉਹਨਾਂ ਨੇ ਕੀਤੇ ਹੈਗੇ ਉਹ ਪੂਰੇ ਕਰ ਪਾਣਗੇ ਕਿ ਨਹੀਂ? ਦੇਖੋ, ਹਲੇ ਤਾਂ ਸ਼ੁਰੂਆਤ ਹੈ, ਹਲੇ ਇਹਨਾਂ ਨੂੰ ਥੋੜਾ ਟਾਈਮ ਲੱਗੇਗਾ ਸੈੱਟ ਹੋਣ ਨੂੰ, ਬਾਕੀ ਦੇਖਦੇ ਹਾਂ ਹਲੇ। ਸਰ ਜਨਰਲ ਕੈਟਾਗਰੀ ਦੇ ਲੋਕਾਂ ਦੇ ਵਿੱਚ ਨਾ ਇੱਕ ਆਵਾਜ਼ ਇਹ ਵੀ ਸਾਨੂੰ ਸੁਣਨ ਨੂੰ ਮਿਲੀ ਹੈਗੀ ਹੈ ਕਿ ਸਾਰੀ ਫੈਸਿਲਿਟੀਆਂ SCBC ਕੈਟਾਗਰੀਜ਼ ਨੂੰ ਹੀ ਕਿਉਂ ਕਿ ਜਨਰਲ ਕੈਟਾਗਰੀ ਦੇ ਲੋਕ 2 ਨੰਬਰ ਦਾ ਕੰਮ ਕਰਦੇ ਨੇ? ਨਹੀਂ, ਇੱਦਾਂ ਦੀ ਗੱਲ ਨਹੀਂ ਆ। ਜਿੱਦਾਂ ਹੁਣ ਇਹਨਾਂ ਨੇ ਜਿਹੜਾ ਇਲੈਕਸ਼ਨ ਮੈਨੀਫੈਸਟੋ ਦੇ ਵਾਅਦਾ ਕੀਤਾ ਹੈਗਾ ਉਹ ਤਾਂ ਸਭ ਲਈ ਬਰਾਬਰ ਹੋਣਾ ਚਾਹੀਦਾ ਨਾ। ਆਪਣਾ ਕਹਿਣਾ ਸਿਰਫ ਇੰਨਾ ਹੈਗਾ ਵੀ ਜੋ ਵਾਅਦੇ ਕੀਤੇ ਹੈਗੇ ਉਹ ਸਭ ਨੂੰ ਬਰਾਬਰ ਬੈਨੀਫਿਟ ਦੇਣਾ ਚਾਹੀਦਾ ਇਹਨਾਂ ਨੂੰ। ਦੇਖੋ ਜੀ, ਫੈਸਲਾ ਜਿਹੜਾ ਕੀਤਾ ਗਵਰਨਮੈਂਟ ਨੇ, ਫੈਸਲਾ ਕੀਤਾ ਉਹਦੇ ਵਿੱਚ 2 ਗੱਲਾਂ ਆ ਜਾਂਦੀਆਂ। ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੇ ਲੋਕੀ ਬੇਰੁਜ਼ਗਾਰ ਹੈ ਉਹਨਾਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੈ। ਬਾਕੀ ਦੂਸਰੇ ਜਿਹੜੇ ਜਨਰਲ ਕੈਟਾਗਰੀ ਦੇ ਵਿੱਚ ਹੈਗੇ ਆ ਉਹ ਆਪਣੇ ਹਿਸਾਬ ਦੇ ਨਾਲ ਕੰਜ਼ਿਊਮ ਕਰੂਗੇ ਬਿਜਲੀ ਨੂੰ, ਕਿਉਂਕਿ 300 ਯੂਨਿਟ ਤਾਂ ਉਹਨਾਂ ਨੂੰ ਵੀ ਫ੍ਰੀ ਹੈ ਹਰ ਮਹੀਨੇ ਦੀ। 600 ਯੂਨਿਟ ਹੈ, ਤੁਸੀਂ ਉਸ ਚੀਜ਼ ਨੂੰ ਹਿਸਾਬ ਦੇ ਨਾਲ ਕਰੋ, ਨਾ ਕਰੋ 600 ਯੂਨਿਟ ਪੂਰਾ ਖਤਮ। ਪਰ ਇੱਕ ਤਾਂ ਬਹੁਤ ਹੀ ਆਮ ਜੀ ਅਮਾਊਂਟ ਮੰਨੀ ਜਾਂਦੀ ਹੈ, ਕਹਿੰਦਾ ਕਿ ਲੋਕਾਂ ਦੇ ਬਹੁਤ, ਜੇ ਕਿਸੇ ਦੀ ਕੋਈ ਦੁਕਾਨ ਹੈ ਜਾਂ ਕੋਈ ਕੁਛ ਹੈ ਤਾਂ ਉਹਦਾ 300 ਯੂਨਿਟ ਲੱਗਣਾ ਤਾਂ ਬਹੁਤ ਮਾਮੂਲੀ ਜੀ ਗੱਲ ਹੋ ਜਾਂਦੀ। ਨਹੀਂ, ਦੁਕਾਨਦਾਰਾਂ ਦਾ ਤਾਂ ਅਲੱਗ ਹੈ, ਕਮਰਸ਼ੀਅਲ ਦਾ ਤਾਂ ਅਲੱਗ ਹੈ। ਨਹੀਂ, ਜਿੱਦਾਂ ਘਰ ਦੇ ਵਿੱਚ ਕਈਆਂ ਨੇ ਕੁਝ ਕੰਮ ਛੋਟਾ ਮੋਟਾ ਖੋਲ੍ਹਿਆ ਹੁੰਦਾ, ਕਈਆਂ ਦੇ ਘਰ ਦੇ ਗੁਜ਼ਾਰੇ ਵਾਸਤੇ। ਦੇਖੋ ਜੀ, ਅਗਰ ਜੇ ਘਰ ਦੇ ਗੁਜ਼ਾਰੇ ਵਾਸਤੇ ਕੰਮ ਹੈ ਤਾਂ ਇਨਕਮ ਵੀ ਤਾਂ ਹੈ। ਅਗਰ ਜੇ ਉਹ 600 ਯੂਨਿਟ ਫ੍ਰੀ ਕੀਤਾ ਹੈ ਤੇ ਉਹਦੇ ਵਿੱਚ ਅਗਰ ਜੇ ਇਨਕਮ ਇਨਕਲੂਡ ਹੁੰਦੀ ਹੈ ਤਾਂ ਬਿੱਲ ਭਰਨ 'ਚ ਕੀ ਦਿੱਕਤ? ਪਰ
ਤੁਹਾਨੂੰ ਲੱਗਦਾ ਹੈ ਕਿ ਜਾਤੀਵਾਦ ਦੇ ਆਧਾਰ ਤੇ ਇਦਾਂ ਦਾ ਕੋਈ ਫੈਸਲਾ ਲੈਣਾ ਚਾਹੀਦਾ ਕੋਈ ਸੀ? ਇਹਦੇ ਵਿੱਚ ਕੋਈ ਜਾਤੀਵਾਦ ਨਹੀਂ ਹੈ, ਕੋਈ ਜਾਤੀ ਏਸੀ ਬੀਸੀ ਨੂੰ ਪਹਿਲੇ ਵੀ 200 ਯੂਨਿਟ ਮਾਫ ਸੀਗੇ, ਹੁਣ 100 ਯੂਨਿਟ ਹੋਇਆ ਮਾਫ, ਪਹਿਲੇ ਵੀ 200 ਯੂਨਿਟ ਮਾਫ ਸੀਗੇ। ਉਹਦੇ ਵਿੱਚ ਕੋਈ, ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ। ਅਸੀਂ ਤਾਂ ਕਹਾਂਗੇ ਫਾਇਦਾ ਕੀਤਾ ਸਗੋਂ ਗੌਰਮੈਂਟ ਨੇ, ਹਰ ਗਰੀਬ ਆਦਮੀ ਦਾ ਸੋਚਿਆ। ਸਰ ਅੱਜ ਭਗਵੰਤ ਮਾਨ ਜੀ ਦੇ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਹੈ ਕਿ ਜਿਹੜੇ 300 ਯੂਨਿਟ ਬਿਜਲੀ ਹੈ ਉਹ SC BC BPL ਜਾਂ ਫਿਰ ਜਿਹੜੇ ਫਰੀडम ਫਾਈਟਰ ਦੀ ਫੈਮਿਲੀ ਨੂੰ ਹੈ, ਜੋ ਉਹਨਾਂ ਦਾ 365 ਬਿੱਲ ਆਉਂਦਾ ਹੈ, 370 ਬਿੱਲ ਆਉਂਦਾ, ਸਿਰਫ 70 ਯੂਨਿਟ ਦੀ ਜਿਹੜੀ ਹੈ ਬਿੱਲ ਉਹਨਾਂ ਨੂੰ ਦੇਣਾ ਪਏਗਾ। ਪਰ ਜੇ ਉਹੀ ਜਨਰਲ ਕੈਟਾਗਰੀ ਦੀ ਗੱਲ ਕਰੀਏ, ਜੇ ਉਹਨਾਂ ਦਾ 301 ਯੂਨਿਟ ਵੀ ਬਿੱਲ ਆਉਂਦਾ ਹੈ ਤਾਂ ਉਹਨਾਂ ਨੂੰ ਪੂਰਾ 301 ਯੂਨਿਟ ਦਾ ਬਿੱਲ ਦੇਣਾ ਪਏਗਾ। ਤੁਹਾਨੂੰ ਇਹ ਫੈਸਲਾ ਕਿੰਜ ਲੱਗਦਾ? ਗਲਤ ਹੈ, ਗਲਤ ਹੈਗਾ। ਜੇ ਜੋ ਹੈ ਬਿਜਲੀ ਮਾਫ ਕਰਨੀ ਸਭ ਨੂੰ ਕਰਨ, ਨਹੀਂ ਤਾਂ ਨਹੀਂ ਕਰਨ। ਤੁਹਾਨੂੰ ਕੀ ਲੱਗਦਾ ਜਾਤੀਵਾਦ ਦੇ ਆਧਾਰ ਤੇ ਇਹ ਜਾਤੀਵਾਦ ਜਾਂ ਤੇ ਬਿਲਕੁਲ ਫ੍ਰੀ ਨਾ ਕਰਨ, ਪੇਮੈਂਟ ਤੇ ਅੱਧੀ ਪੇਮੈਂਟ ਕਰ ਦੇਣ, ਉਹ ਠੀਕ ਹੈ। ਤੇ ਜਿਹੜੇ ਇਹ ਹੈ ਕਿ 300 ਦੇ ਬਾਅਦ ਪੂਰੀ ਪੇਮੈਂਟ ਲੱਗੇਗੀ, ਉਹ ਗਲਤ ਹੈ। ਤੁਹਾਨੂੰ ਲੱਗਦਾ ਹੈ ਕਿ ਜਦੋਂ ਭਗਵੰਤ ਮਾਨ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਅਸੀਂ ਜਿਹੜੀ ਏਕਤਾ ਦੇ ਨਾਲ ਗੱਲ ਕਰਾਂਗੇ, ਕਿ ਏਕਤਾ ਬਣਾ ਕੇ ਅਸੀਂ ਜਿਹੜੀ ਰੱਖਾਂਗੇ, ਕੋਈ ਇਹਦਾ ਭੇਦਭਾਵ ਨਹੀਂ ਹੋਏਗਾ, ਦੁਬਾਰਾ ਤੋਂ ਜਿਹੜੀ ਆਮ ਜਨਤਾ ਹੈ ਉਹਨਾਂ ਤੇ ਭਰੋਸਾ ਕਰੇਗੀ? ਉਹ ਦੇਖੋ ਜੀ, ਲੋਕਾਂ ਤੇ ਏਸੀ ਵੀ ਲਾਏ, ਸਭ ਕੁਝ ਲਾਏ ਆ, ਯੂਨਿਟਾਂ 800 ਚੱਲਣੀਆਂ ਲੋਕਾਂ ਦੀਆਂ ਗਰਮੀਆਂ 'ਚ ਏਸੀ ਲੱਗੇ, ਤੇ ਇਹ ਮਤਲਬ ਉਹਨਾਂ ਮਾਫ ਨਹੀਂ ਕਰਨਗੇ। ਤੇ ਦੇਖੋ 600 ਯੂਨਿਟ ਹੋ ਗਏ, ਉੱਤੇ 1 ਯੂਨਿਟ ਦੇ ਅੱਗੇ ਸਾਰੇ ਪੈਸੇ ਲੈਣ, ਜਾਂ ਬਿਲਕੁਲ ਮਾਫ ਕਰਨ। 600 ਯੂਨਿਟ ਮਾਫ ਹੋਣੀ ਚਾਹੀਦੀ ਹੈ। ਆਪਾਂ ਇਸ ਬਾਰੇ ਕੀ ਕਹਿਣਾ ਹੈ ਇਸ ਦੇ? ਆਪਾਂ ਤਾਂ ਇਹ ਚਾਹੁੰਦੇ ਹਾਂ ਜੀ ਫਾਇਦਾ ਹੋਵੇ ਸਭ ਨੂੰ ਹੋਵੇ। ਜੇ ਯੂਨਿਟਾਂ ਹੀ ਘਟਾ ਦਿਓ, ਫ੍ਰੀ ਦੇਣ ਦੀ ਬਜਾਏ ਅਗਰ 300 ਯੂਨਿਟ ਦੇਣੀ ਹੈ, ਇੱਕ ਜੇ 7 ਰੁਪਏ ਯੂਨਿਟ 5 ਰੁਪਏ ਕਰ ਦਿਓ, ਸਭ ਨੂੰ ਫਾਇਦਾ ਹੋ ਜਾਏਗਾ। ਕਮਰਸ਼ੀਅਲ ਨੂੰ ਨਾ ਕਰੋ, ਆਮ ਜਨਤਾ ਨੂੰ ਤਾਂ ਸਾਰਾ ਫਾਇਦਾ ਹੋ ਜਾਏਗਾ ਨਾ। ਤੁਹਾਨੂੰ ਲੱਗਦਾ ਕਿ ਜਿਹੜਾ ਭਗਵੰਤ ਮਾਨ ਵੱਲੋਂ ਫੈਸਲਾ ਲਿੱਤਾ ਗਿਆ ਉਹ ਇੱਕ ਸਹੀ ਫੈਸਲਾ ਹੈ? ਫੈਸਲੇ ਤਾਂ ਹੁਣ ਸਰਕਾਰ ਤਾਂ ਮਹੀਨਾ ਹੀ ਹੋਇਆ ਬਣਨ ਨੂੰ, ਇਹਨਾਂ ਨੂੰ ਥੋੜ੍ਹਾ ਮੌਕਾ ਤਾਂ ਦਿਓ, ਟਾਈਮ ਤਾਂ ਦਿਓ ਨਾ ਬਣਨ ਲਈ। ਹਾਲੇ ਤਾਂ ਮਹੀਨੇ ਵਿੱਚ ਕੀ ਫੈਸਲਾ ਹੁੰਦਾ ਹੈ? ਦੇਖੋ ਜੀ, ਹਾਲੇ ਤਾਂ ਇਹਨਾਂ ਨੂੰ ਹਾਲੇ ਸੈਟਅਪ ਹੋਣ ਨੂੰ ਥੋੜ੍ਹਾ ਟਾਈਮ ਤਾਂ ਲੱਗਣਾ ਨਾ ਇਹਨਾਂ। ਸਰ ਜਿਹਦੇ ਵਾਅਦੇ ਕੀਤੇ ਗਏ ਸੀ ਸਰਕਾਰ ਬਣਨ ਤੋਂ ਪਹਿਲਾਂ, ਹਾਂਜੀ। ਕੀ ਲੱਗਦਾ 5 ਸਾਲਾਂ ਦੇ ਵਿੱਚ ਸਰਕਾਰ ਜਿੰਨੇ ਵਾਅਦੇ ਕੀਤੇ ਉਹ ਪੂਰੇ ਕਰ ਸਕੇਗੀ? ਸਰ ਉਹ ਤਾਂ ਉਹ ਆਪ ਵੀ ਕਹਿ ਰਹੇ ਹੈ, ਜੇ ਅਸੀਂ ਨਹੀਂ ਵਾਅਦੇ ਪੂਰੇ ਕਰਾਂਗੇ ਸਾਨੂੰ ਨੈਕਸਟ ਟਾਈਮ ਵੋਟ ਨਾ ਪਾਈਓ। ਉਹ ਆਪ ਕਹਿ ਰਹੇ ਜੇ ਅਸੀਂ ਨਾ ਵਾਅਦੇ ਕਰਾਂਗੇ ਸਾਨੂੰ ਨੈਕਸਟ ਟਾਈਮ ਵੋਟ ਨਾ ਪਾਈਓ। ਜੇ ਕਰੋਗੇ ਤਾਂ ਠੀਕ, ਸਰਕਾਰ ਫਿਰ ਗਵਰਨਮੈਂਟ ਫੇਲ ਪਬਲਿਕ ਲੈ ਆਊਗੀ, ਨਹੀਂ ਕਰੋਗੇ ਤਾਂ ਪਬਲਿਕ ਆਪਣਾ ਦੇਖ ਲਊਗੀ, ਹੋਰ ਓਪਰਚੁਨਿਟੀ ਦੇਖ ਲਏਗੀ। ਤੁਹਾਨੂੰ ਬਦਲਾਅ ਦੇਖਣ ਨੂੰ ਮਿਲਿਆ? ਬਦਲਾਵ ਤਾਂ ਸਰ ਹੋ ਹੀ ਰਿਹਾ ਹਲੇ, ਇਹ ਮਹੀਨੇ 'ਚ ਕੀ ਪਤਾ ਲੱਗੂਗਾ ਸਰ? ਹਲੇ ਤਾਂ ਮਹੀਨਾ ਹੀ ਹੋਇਆ, 17 ਸਾਰਾ ਮਹੀਨਾ ਹੀ ਹੋਇਆ। ਹੁਣ ਨੈਕਸਟ ਟਾਈਮ ਦੇਖਦੇ ਹਾਂ, ਪਹਿਲੇ 6 ਮਹੀਨੇ ਤਾਂ ਦਿਓ ਨਾ ਆਪਣਾ ਟਾਈਮ। ਹੁਣ ਮੈਡਮ ਬਿਲਕੁਲ ਸਹੀ ਫੈਸਲਾ ਨਹੀਂ ਹੈ ਇਹ, ਗਲਤ ਹੈ ਬਹੁਤ। ਦੇਖੋ ਜਨਰਲ ਕੈਟਾਗਰੀ ਵਿੱਚ ਕਈ ਪਰਿਵਾਰ, ਚਲੋ ਅਸੀਂ ਲੋਕ ਫਿਰ ਠੀਕ ਆ ਆਪਣਾ ਬਿਜ਼ਨਸ ਕਰ ਰਹੇ ਹਾਂ, ਕਈ ਪਰਿਵਾਰ ਜਨਰਲ ਕੈਟਾਗਰੀ ਵਿੱਚ ਇੱਦਾਂ ਦੇ ਆ ਜਿਹੜੇ ਦਿਹਾੜੀਆਂ ਕਰ ਰਹੇ ਆ, ਬਹੁਤ ਗਰੀਬ ਘਰੋਂ ਆ। ਮਤਲਬ ਕਈ ਐਸੀ ਪਰਿਵਾਰ, ਆਪਾਂ ਇਹ ਨਹੀਂ ਕਹਿੰਦੇ ਵੀ ਐਸੀ ਪਰਿਵਾਰਾਂ ਨੂੰ ਕੁਛ ਨਾ ਮਿਲੇ, ਉਹਨਾਂ ਨੂੰ ਵੀ ਦਿਓ, ਬਟ ਜਨਰਲ ਕੈਟਾਗਰੀ ਨੂੰ ਵੀ ਬਰਾਬਰ ਰੱਖਣਾ ਚਾਹੀਦਾ ਹੈ। ਜਨਰਲ ਕੈਟਾਗਰੀ ਕੁਝ ਪਰਿਵਾਰ ਇੱਦਾਂ ਦੇ ਹੈਗੇ ਆ ਵੀ ਬਿਲਕੁਲ ਜ਼ੀਰੋ ਹੋਏ ਆ, ਦਿਹਾੜੀਆਂ ਕਰਦੇ ਵਿਚਾਰੇ, ਉਹਨਾਂ ਦੇ ਬੱਚੇ ਨਸ਼ਿਆਂ ਵੱਲ ਪਏ ਹੋਏ ਆ, ਕੁਛ ਉਹਨਾਂ ਨੂੰ ਮਿਲਦਾ ਨਹੀਂ, ਕੁਛ ਨਹੀਂ। ਜਨਰਲ ਕੈਟਾਗਰੀ ਕੋਈ ਗਲਤੀ ਨਹੀਂ ਹੈ, ਜਨਰਲ ਕੈਟਾਗਰੀ ਵਿੱਚ ਉਹਨਾਂ ਨੇ ਕੁਛ ਇਹ ਤਾਂ ਨਹੀਂ ਆ ਵੀ ਜਨਰਲ ਕੈਟਾਗਰੀ ਵਿੱਚ ਪੈਦਾ ਹੋ ਕੇ ਉਹਨਾਂ ਨੇ ਇਹ ਕਰਤਾ ਵੀ ਅਸੀਂ ਅਮੀਰ ਹਾਂ ਜੀ, ਇਹ ਬਹੁਤ ਗਲਤ ਫੈਸਲਾ ਹੈ ਜੀ। ਤੁਹਾਨੂੰ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਜਾਤੀਵਾਦ ਦੇ ਆਧਾਰ ਤੇ ਕਿਸੇ ਵੀ ਗਵਰਨਮੈਂਟ ਵੱਲੋਂ ਇੱਦਾਂ ਫੈਸਲਾ ਲੈਣਾ ਚਾਹੀਦਾ ਸੀ? ਉਹਨਾਂ ਨਹੀਂ ਲੈਣਾ ਚਾਹੀਦਾ। ਇਹੀ ਚੀਜ਼ ਫੋਰਨ ਕੰਟਰੀਆਂ ਵਿੱਚ ਬਿਲਕੁਲ ਨਹੀਂ ਹੈ। ਹਰ ਇੱਕ ਪਰਸਨ ਨੂੰ ਉੱਥੇ ਇਨਕਮ ਦੇ ਅਕੋਰਡਿੰਗ ਉਹਨਾਂ ਨੂੰ ਆਪਣਾ ਸਾਰਾ ਕੁਝ ਅੱਗੇ ਦੇਣਾ ਪੈਂਦਾ ਹੈ, ਜਿੱਦਾਂ ਦੀ ਜਿਹਦੀ ਇਨਕਮ ਹੈ ਉਹ ਉਧਰ ਟੈਕਸ ਦੇ ਰਿਹਾ ਹੈ। ਇੱਥੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਫ੍ਰੀ ਵਾਲਾ ਕੰਮ ਹੋਣਾ ਹੀ ਨਹੀਂ ਚਾਹੀਦਾ, ਜਾਂ ਤਾਂ ਫਿਰ ਸਿੱਧਾ ਇੱਕੋ ਚੀਜ਼ ਚਾਹੀਦੀ ਹੈ ਵੀ 3 ਰੁਪਏ ਪਰ ਯੂਨਿਟ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਹੈ, ਚਾਹੇ ਕੋਈ ਜਨਰਲ ਕੈਟਾਗਰੀ ਹੈ, ਚਾਹੇ SC ਹੈ, ਚਾਹੇ BC ਹੈ, ਸਾਰਿਆਂ ਨੂੰ ਸੇਮ ਰੱਖਣਾ ਚਾਹੀਦਾ। ਇਹ ਚੀਜ਼ ਬਹੁਤ ਗਲਤ ਫੈਸਲਾ ਲਿਆ ਜੀ ਹੈ। ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਜੀ ਦੇ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀਗੇ ਕਿ ਉਹ ਸਾਰੇ ਇਕਜੁੱਟਤਾ ਦੇ ਆਧਾਰ ਤੇ ਸਾਰੇ ਫੈਸਲੇ ਲੈਣਗੇ, ਹੁਣ ਜਿਹੜੇ ਹੁਣ ਜਾਤੀਵਾਦ ਦੇ ਆਧਾਰ ਤੇ ਫੈਸਲੇ ਲੈ ਰਹੇ, ਤੁਹਾਨੂੰ ਕੀ ਲੱਗਦਾ ਹੈ ਜਿਹੜੀ ਆਮ ਜਨਤਾ ਹੈ ਉਹ ਦੁਬਾਰਾ ਤੋਂ ਭਰੋਸਾ ਕਰ ਪਾਏਗੀ ਉਹਨਾਂ ਤੇ? ਮੈਡਮ ਦੁਬਾਰਾ ਭਰੋਸਾ ਜ਼ਰੂਰ ਕਰੇਗੀ, ਬਟ ਇਹ ਹੈ ਵੀ ਦੇਖੋ ਆਮ ਪਾਰਟੀ ਬਹੁਤ ਵਧੀਆ ਪਾਰਟੀ ਹੈ, ਦਿੱਲੀ ਵਿੱਚ ਕੰਮ ਕਰ ਰਹੇ ਹੈ, ਹਲੇ ਉਹਨਾਂ ਨੂੰ ਥੋੜ੍ਹਾ ਟਾਈਮ ਚਾਹੀਦਾ। ਇਹ ਹਲੇ ਮਹੀਨਾ 1.5 ਮਹੀਨਾ ਹੋਇਆ, ਕੁਛ ਨਹੀਂ ਹਲੇ ਹੋਣਾ, ਇਹ ਘੱਟੋ ਘੱਟ 1 ਸਾਲ ਲੱਗੇਗਾ। ਬਟ ਜਿਹੜਾ ਇਹ ਵਾਲਾ ਫੈਸਲਾ ਹੈ ਬਿਜਲੀ ਫ੍ਰੀ ਵਾਲਾ, ਬਹੁਤ ਗਲਤ ਹੈ। ਜਨਰਲ ਕੈਟਾਗਰੀ ਵਿੱਚ ਕਈ ਪਰਿਵਾਰ ਇੱਦਾਂ ਦੇ ਆ ਬਿਲਕੁਲ ਜ਼ੀਰੋ ਹੈ। ਅਸੀਂ ਲੋਕਲ ਇੱਥੇ ਜਿੱਥੇ, ਕਿਉਂਕਿ ਜ਼ਮੀਨੀ ਪੱਧਰ ਦੇ ਉੱਪਰ ਜਿਹੜਾ ਬੰਦਾ ਦੇਖਦਾ ਹੈ, ਕਈ ਐਸੀ ਪਰਿਵਾਰ ਇੱਦਾਂ ਉਹ ਲੱਖ ਰੁਪਏ ਮਹੀਨਾ ਕਮਾ ਰਿਹਾ, 2 ਲੱਖ ਰੁਪਏ ਮਹੀਨਾ ਕਮਾ ਰਿਹਾ। ਜਨਰਲ ਕੈਟਾਗਰੀ ਵਿੱਚ 5-5 7-7 ਹਜ਼ਾਰ ਰੁਪਏ ਬੱਚੇ ਦੀ ਤਨਖਾਹਾਂ। ਮੇਰੇ ਕੋਲ ਹੀ ਲੜਕਾ ਕੰਮ ਕਰਦਾ ਹੈ, 8,000 ਰੁਪਏ ਤਨਖਾਹ ਲੈਂਦਾ ਹੈ, ਡੈਡੀ ਇਹਦੇ 22,000 ਰੁਪਏ ਸੈਲਰੀ ਲੈਂਦੇ ਆ।
ਬਟ ਉਹਨਾਂ ਵਿੱਚ ਜ਼ੀਰੋ ਹੈ, ਉਹ ਕੁਝ ਨਹੀਂ ਕਰ ਸਕਦੇ। ਉਹ ਚੀਜ਼ ਬਹੁਤ ਗਲਤ ਫੈਸਲਾ ਹੈ ਵਾਲਾ। ਅੱਜ ਹੌਟ ਨਿਊਜ਼ ਇੰਡੀਆ ਦੇ ਨਾਲ ਤੁਸੀਂ ਮੌਜੂਦ ਸੀਗੇ ਤੇ ਤੁਸੀਂ ਦੇਖਿਆ ਕਿ ਲੋਕਾਂ ਦਾ ਕੀ ਕਹਿਣਾ ਹੈ ਭਗਵੰਤ ਮਾਨ ਦੇ ਇਸ ਫੈਸਲੇ ਬਾਰੇ ਕਿ ਜਿਹੜੀ 300 ਯੂਨਿਟ ਦੀ ਜਿਹੜੀ ਬਿਜਲੀ ਆ ਉਹਨੂੰ ਅਸੀਂ ਜਾਤੀਵਾਦਕ ਆਧਾਰ ਤੇ ਸਿਰਫ SC BC BPL ਜਾਂ ਫਿਰ ਤੁਸੀਂ ਸ਼ਹੀਦਾਂ ਦੇ ਪਰਿਵਾਰ ਜਿਹੜੇ ਫਰੀडम ਫਾਈਟਰਸ ਨੇ ਤੇ ਸਿਰਫ ਤੁਸੀਂ ਉਹਨਾਂ ਨੂੰ 300 ਯੂਨਿਟ ਤੋਂ ਵੱਧ ਜੇ ਉਹਨਾਂ ਦਾ ਬਿੱਲ ਆਉਂਦਾ ਹੈ ਤਾਂ ਉਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਮਾਫ ਕਰ ਰਹੇ ਹੋ, ਤੇ ਜੇ ਦੂਸਰੇ ਜਨਰਲ ਕੈਟਾਗਰੀ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਪੂਰਾ ਬਿੱਲ ਜਿਹੜਾ ਹੈ ਉਹਨਾਂ ਦਾ ਦੇਣਾ ਪਏਗਾ ਜੇ ਉਹਨਾਂ ਦੀ 301 ਵੀ ਬਿੱਲ ਆ ਜਾਂਦਾ ਹੈ। ਲੋਕਾਂ ਦਾ ਮੰਨਣਾ ਸੀ ਕਿ ਇਸ ਤਰੀਕੇ ਦਾ ਕਿਸੇ ਵੀ ਤਰੀਕੇ ਦਾ ਫੈਸਲਾ ਉਹਨਾਂ ਨੂੰ ਨਾ ਮਨਜ਼ੂਰ ਹੈ। ਇਸ ਤਰੀਕੇ ਦਾ ਕੋਈ ਵੀ ਫੈਸਲਾ ਜਾਤੀਵਾਦਕ ਆਧਾਰ ਤੇ ਕੋਈ ਵੀ ਫੈਸਲਾ ਲੈਣਾ ਇਹ ਬਿਲਕੁਲ ਹੀ ਗਲਤ ਹੈ, ਤੇ ਜੇ ਇਸੇ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਇੰਝ ਹੀ ਕਰਦੀ ਰਹੇਗੀ ਤਾਂ ਕਈਆਂ ਨੇ ਤਾਂ ਇਹ ਵੀ ਕਿਹਾ ਕਿ ਉਮੀਦ ਨਹੀਂ ਹੈ ਕਿ ਭਗਵੰਤ ਮਾਨ ਦੀ ਜਿਹੜੀ ਇਹ ਸਰਕਾਰ ਹੈ, ਸਾਡੀ CM ਭਗਵੰਤ ਮਾਨ ਦੀ ਜਿਹੜੀ ਇਹ ਸਰਕਾਰ ਹੈ ਉਹ ਜਿਹੜਾ ਲੰਬਾ ਸਮੇਂ ਤੱਕ ਜਿਹੜਾ ਪੰਜਾਬ ਦੇ ਵਿੱਚ ਰਹਿ ਪਾਏਗੀ। ਤਾਂ ਇੰਝ ਹੀ ਲੇਟੈਸਟ ਅਪਡੇਟ ਦੇ ਲਈ ਤੁਸੀਂ ਵੇਖਦੇ ਰਹੋ ਹੌਟ ਨਿਊਜ਼ ਇੰਡੀਆ। ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ, ਤੇ ਨਾਲ ਹੀ ਆਪਣੇ ਜਿਹੜੇ ਕੀਮਤੀ ਸੁਝਾਅ ਨੇ ਉਹ ਵੀ ਸਾਨੂੰ ਜ਼ਰੂਰ ਭੇਜਿਓ, ਕਿਉਂਕਿ ਹੌਟ ਨਿਊਜ਼ ਇੰਡੀਆ ਦੀ ਹਰ ਖਬਰ ਹੈ ਹੌਟ।